ਹੈਲੋ ਸਟੂਡੈਂਟਸ, ਗੁੱਡ ਮੋਰਨਿੰਗ। ਜੋ ਆਪਣਾ ਟੌਪਿਕ ਚੱਲ ਰਿਹਾ ਸੀ ਡਿਜੀਟਾਈਜੇਸ਼ਨ ਚੈਪਟਰ ਨੰਬਰ 6, ਉਹਦੇ ਵਿੱਚੋਂ ਟੌਪਿਕ ਹੈ ਜੀ ਈ ਕਮਰਸ। ਈ ਕਮਰਸ ਆਪਾਂ ਨੇ ਕਿਆ ਕੀਤਾ ਕਿ ਈ ਕਮਰਸ ਕੀ ਹੁੰਦਾ ਕਿ ਜੇ ਤੁਸੀਂ ਔਨਲਾਈਨ ਇੰਟਰਨੈਟ ਦੀ ਹੈਲਪ ਨਾਲ ਕੁਛ ਖਰੀਦਦੇ ਹੋ, ਵਸਤੂਆਂ ਦੀ ਖਰੀਦ ਕਰਦੇ ਹੋ, ਵਸਤੂਆਂ ਨੂੰ ਵੇਚਦੇ ਹੋ, ਤਾਂ ਉਹ ਜਿਹੜੀ ਪ੍ਰੋਸੈਸ ਨੂੰ ਕੀ ਬੋਲ ਦਿੰਦੇ ਆ, ਈ ਕਮਰਸ ਕਹਿੰਦੇ ਆ। ਜਿਵੇਂ ਕਿ ਐਗਜ਼ਾਮਪਲ ਦੇ ਤੌਰ 'ਤੇ ਵੈਬਸਾਈਟਸ ਨੇ, ਲਾਈਕ ਐਮਾਜੋਨ ਹੋ ਗਈ ਆ, ਫਲਿੱਪਕਾਰਟ ਹੋ ਗਈ ਆ, ਈਵੇ ਹੋ ਗਈ ਆ, OLX ਹੋ ਗਈ ਆ, ਕੁਇਕਰ ਹੋ ਗਈ ਆ ਨਾ। ਇਹਨਾਂ ਦੇ ਉੱਪਰ ਤੁਸੀਂ ਵਸਤੂ ਖਰੀਦ ਤੇ ਵੇਚ ਸਕਦੇ ਹੋ। ਤਾਂ ਈ ਕਮਰਸ ਦੀਆਂ ਇਹ ਐਗਜ਼ਾਮਪਲਸ ਨੇ। ਈ ਕਮਰਸ ਦੀਆਂ ਕਿਸਮਾਂ ਕਿਹੜੀਆਂ ਨੇ ਇਹ ਵੀ ਆਪਾਂ ਕਰ ਚੁੱਕੇ ਸੀ। ਬਿਜ਼ਨਸ ਟੂ ਬਿਜ਼ਨਸ ਹੁੰਦੀਆਂ ਨੇ, ਠੀਕ ਆ, ਜਾਂ ਫਿਰ ਬਿਜ਼ਨਸ ਟੂ ਕੰਜ਼ਿਊਮਰ, ਕੰਜ਼ਿਊਮਰ ਟੂ ਕੰਜ਼ਿਊਮਰ, ਜਾਂ ਫਿਰ ਕੰਜ਼ਿਊਮਰ ਟੂ ਬਿਜ਼ਨਸ, ਜੋ ਕਿ ਆਪਾਂ ਲਾਸਟ ਟੌਪਿਕ ਵੀਡੀਓ ਵਿੱਚ ਡਿਸਕਸ ਕੀਤਾ ਸੀਗਾ। ਅੱਗੇ ਹੈ ਜੀ ਈ ਕਮਰਸ ਦੇ ਲਾਭ ਕਿਹੜੇ ਨੇ, ਐਡਵਾਂਟੇਜਸ ਕਿਹੜੀਆਂ ਨੇ। ਜਗ੍ਹਾ ਤੋਂ ਦੀ ਪਾਬੰਦੀ ਤੋਂ ਮੁਕਤੀ, ਕੋਈ ਐਂ ਨਹੀਂ ਹੈ ਕਿ ਆਪਣੇ ਕਿਸੇ ਸ਼ਾਪ 'ਤੇ, ਪਰਟੀਕੂਲਰ ਸ਼ਾਪ 'ਤੇ ਜਾਂ ਕਿਸੇ ਮੋਲ ਸ਼ੋਰੂਮ 'ਚ ਜਾ ਕੇ ਹੀ ਖਰੀਦਾਂਗੇ। ਅਸੀਂ ਆਪ ਘਰ ਬੈਠੇ ਵੀ ਔਡਰ ਕਰ ਸਕਦੇ ਕਿਸੇ ਵੀ ਮਤਲਬ ਕਿ ਚੀਜ਼ ਵਾਸਤੇ, ਤਾਂ ਤੁਹਾਨੂੰ ਘਰ ਹੀ ਅਵੇਲੇਬਲ ਹੋ ਜਾਂਦੀ ਆ ਉਹ ਚੀਜ਼। ਤਾਂ ਕੰਪਨੀਆਂ ਵਗੈਰਾ ਦੇ ਵਿੱਚ ਤਾਂ ਇਹਦੇ ਵਿੱਚ ਕੀ ਆ ਕਿ ਆਪਾਂ ਕਿਸੇ ਜਗ੍ਹਾ ਦੇ ਉੱਪਰ ਜਾ ਕੇ, ਜ਼ਰੂਰੀ ਨਹੀਂ ਕਿ ਕਿਸੇ ਜਗ੍ਹਾ ਦੇ ਉੱਪਰ ਜਾ ਕੇ ਹੀ ਖਰੀਦਾਂਗੇ, ਘਰ ਬੈਠ ਕੇ ਵੀ ਇਹ ਸੰਭਵ ਹੈਗਾ। ਅੱਗੇ ਹੈ ਜੀ ਪੈਸੇ ਦੀ ਬੱਚਤ। ਪੈਸੇ ਦੀ ਬੱਚਤ ਕਿਵੇਂ ਹੁੰਦੀ ਆ? ਕਾਫੀ ਜ਼ਿਆਦਾ, ਮਤਲਬ ਕਿ ਤੁਸੀਂ ਇੱਕ ਚੀਜ਼ ਤੁਸੀਂ ਜਿਵੇਂ ਕੋਈ ਕਿਸੇ ਵੈਬਸਾਈਟ 'ਤੇ ਦੇਖਦੇ ਹੋ, ਠੀਕ ਹੈ, ਤਾਂ ਉਹਦੇ ਉੱਪਰ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਆਫਰਸ ਲੱਗੇ ਹੁੰਦੇ ਆ, ਡਿਸਕਾਊਂਟਸ ਵਗੈਰਾ ਅਲੱਗ-ਅਲੱਗ ਲੱਗੇ ਹੁੰਦੇ। ਜੋ ਸਾਨੂੰ ਸਹੀ ਲੱਗਦਾ ਗਾ ਨਾ ਡਿਸਕਾਊਂਟ, ਤਾਂ ਉਸ ਅਕੋਰਡਿੰਗ ਆਪਣੀ ਤੁਸੀਂ ਡਿਸੀਜ਼ਨ ਲੈ ਸਕਦੇ ਹੋ ਕਿਹੜੀ ਚੀਜ਼ ਖਰੀਦਣੀ ਆ। ਤਾਂ ਉਹਦੇ ਵਿੱਚ ਪੈਸੇ ਦੀ ਵੀ ਬੱਚਤ ਕੀਤੀ ਜਾ ਸਕਦੀ ਆ, ਠੀਕ ਹੈ ਜੀ। ਡਾਇਰੈਕਟ ਖਰੀਦਦੇ ਕੰਪਨੀ ਤੋਂ, ਸਿੱਧਾ ਵਸਤੂ ਜੇ ਖਰੀਦਦੇ ਕੰਪਨੀ ਤੋਂ ਤਾਂ ਵੀ ਸਸਤੀ ਪੈ ਜਾਂਦੀ ਆ। ਕਿੱਥੇ ਹੋਰ ਰਿਟੇਲਰਸ ਜਾਂ ਜਿਹੜੇ ਦੁਕਾਨਦਾਰ ਹੁੰਦੇ ਆ, ਉਹਨਾਂ ਨੇ ਆਪਦਾ ਟੈਕਸ ਕੱਟਣਾ ਹੁੰਦਾ, ਬਿਨਾਂ ਟੈਕਸ ਤੋਂ ਸਾਨੂੰ ਸਸਤੀ ਮਿਲ ਜਾਂਦੀ ਆ। ਜਲਦੀ ਅਤੇ ਆਸਾਨ ਪਹੁੰਚ, ਠੀਕ ਆ, ਜਿਹੜੀ ਜੋ ਵੀ ਤੁਸੀਂ ਵਸਤੂ ਖਰੀਦਦੇ ਹੋ ਜਲਦੀ ਮਿਲ ਜਾਂਦੀ ਆ, ਆਸਾਨੀ ਨਾਲ ਮਿਲ ਜਾਂਦੀ ਆ, ਠੀਕ ਹੈ, ਜਿਸ ਨਾਲ ਖਪਤਕਾਰਾਂ ਨੂੰ ਆਸਾਨੀ ਨਾਲ ਵਸਤੂ ਪ੍ਰਾਪਤ ਹੁੰਦੀ ਹੈ। ਇਸ ਤੋਂ ਇਲਾਵਾ ਖਪਤਕਾਰ ਵੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨੂੰ ਕੰਪਨੀ ਵੱਲੋਂ ਤੁਰੰਤ ਦਰਜ ਕਰਕੇ ਸ਼ਿਕਾਇਤ ਦੂਰ ਕੀਤੀ ਜਾਂਦੀ ਹੈ। ਹਰ ਸਮੇਂ ਉਪਲਬਧ, ਅਵੇਲੇਬਲ 24x7 ਆਵਰਸ, ਤਾਂ ਮਤਲਬ ਕਿਸੇ ਵੀ ਟਾਈਮ ਤੁਸੀਂ ਔਡਰ ਕਰ ਸਕਦੇ ਹੋ, ਰਾਤ ਨੂੰ ਵੀ ਕਰ ਸਕਦੇ ਹੋ, ਮਤਲਬ 24 ਘੰਟੇ, ਪੂਰੇ ਵੀਕ ਦੇ 24 ਘੰਟੇ ਓਪਨ ਰਹਿੰਦਾ। ਕਿਸੇ ਵੀ ਟਾਈਮ ਤੁਸੀਂ ਕੋਈ ਵੀ ਚੀਜ਼ ਖਰੀਦ ਸਕਦੇ ਹੋ, ਸ਼ਾਪਿੰਗ ਕਰ ਸਕਦੇ ਹੋ। ਆਸਾਨ ਖਰੀਦਦਾਰੀ, ਈਜ਼ੀ ਹੋ ਜਾਂਦੀ ਹੈ ਸ਼ਾਪਿੰਗ, ਠੀਕ ਹੈ। ਸਟੋਰ ਦੇ ਵਿੱਚ ਜਾ ਕੇ, ਕਿੱਥੇ ਸਟੋਰ 'ਚ ਪਹਿਲਾਂ ਜਾਂਦੇ ਆ ਉੱਥੇ ਭੀੜ ਹੁੰਦੀ ਆ, ਠੀਕ ਆ, ਤਾਂ ਉੱਥੋਂ ਖਰੀਦਣੀ ਚੀਜ਼ ਬਹੁਤ ਮੁਸ਼ਕਿਲ ਹੁੰਦੀ ਹੈ। ਇਹ ਤੁਸੀਂ ਈਜ਼ਲੀ ਅਵੇਲੇਬਲ, ਤੁਹਾਨੂੰ ਕਿਸੇ ਭੀੜ ਦੀ ਸਮੱਸਿਆ ਨਹੀਂ ਹੁੰਦੀ ਹੈਗੀ, ਲੰਮੀ ਚੌੜੀ ਸੂਚੀ ਵਿੱਚ ਖੜ੍ਹਨ ਦੀ ਲੋੜ ਨਹੀਂ ਹੈਗੀ, ਈਜ਼ਲੀ ਤੁਹਾਨੂੰ ਅਵੇਲੇਬਲ ਹੋ ਜਾਂਦੀ ਆ। ਪਸੰਦੀਦਾ ਵਸਤੂ ਪ੍ਰਾਪਤ ਕਰਨਾ, ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਜਾਂਦੀ ਹੈ ਇੰਟਰਨੈਟ ਦੇ ਉੱਪਰ, ਮਨਚਾਹੀ ਚੀਜ਼, ਉਹਨੂੰ ਤੁਸੀਂ ਈਜ਼ਲੀ ਕੀ ਕਰ ਸਕਦੇ ਹੋ, ਪ੍ਰਾਪਤ ਕਰ ਸਕਦੇ ਹੋ। ਈ ਕਮਰਸ ਦੀਆਂ ਹਾਨੀਆਂ ਕੀ ਆ? ਉਡੀਕ ਸਮਾਂ, ਲੰਮਾ ਟਾਈਮ। ਕਈ ਚੀਜ਼ਾਂ ਹੁੰਦੀਆਂ ਨੇ ਕਿ ਮਤਲਬ ਕਈ ਸਾਈਟਸ ਹੁੰਦੀਆਂ ਨੇ ਜਿਨ੍ਹਾਂ ਦੇ ਉੱਪਰ ਆਪਾਂ ਜਦੋਂ ਚੀਜ਼ ਮੰਗਵਾਉਂਦੇ ਤਾਂ ਸਾਨੂੰ ਵੇਟ ਕਰਨੀ ਪੈਂਦੀ ਆ, 10-15 ਦਿਨ ਤੱਕ ਵੇਟ ਕਰਵਾਉਂਦੇ ਆ। ਤਾਂ ਇਹ 'ਚ ਲੰਮਾ ਟਾਈਮ ਵੇਟ ਕਿੱਥੇ, ਆਪਾਂ ਦੁਕਾਨ 'ਤੇ ਜਾਂਦੇ ਹਾਂ, ਉਸੇ ਟਾਈਮ ਚੀਜ਼ ਪਸੰਦ ਆਈ ਖਰੀਦੀ, ਬਟ ਇਹਦੇ ਵਿੱਚ ਸਾਨੂੰ ਟਾਈਮ ਦੀ ਤਾਂ ਮਤਲਬ ਵੇਟਿੰਗ ਕਰਨੀ ਹੀ ਪੈਂਦੀ ਹੈ। ਗੁਣਵੱਤਾ ਦਾ ਖਤਰਾ, ਫਿਰ ਕੀ ਹੈ, ਪ੍ਰੋਬਲਮ ਕੀ ਆਉਂਦੀ? ਕੁਆਲਿਟੀ ਦਾ ਨਹੀਂ ਪੱਕਾ ਪਤਾ ਹੁੰਦਾ, ਕਿੱਥੇ ਦਾ ਆਪਾਂ ਦੇਖ ਕੇ ਚੀਜ਼ ਖਰੀਦਦੇ ਹਾਂ, ਕੁਆਲਿਟੀ ਦਾ ਪਤਾ ਹੁੰਦਾ, ਬਟ ਜੇ ਤੁਸੀਂ ਔਨਲਾਈਨ ਚੀਜ਼ ਖਰੀਦਦੇ ਹੋ ਤਾਂ ਉਹਦੀ ਕੁਆਲਿਟੀ ਦਾ ਸਾਨੂੰ ਕੁਛ ਨਹੀਂ ਪਤਾ ਹੁੰਦਾ। ਤਾਂ ਜਦੋਂ ਆਪਣੇ ਕੋਲ ਪਹੁੰਚਦੀ ਹੈ ਫਿਰ ਹੀ ਆਪਾਂ ਨੂੰ ਪਤਾ ਚੱਲਦਾ ਕਿ ਉਹ ਵਧੀਆ 'ਚ ਆ ਕਿ ਮਾੜੀ 'ਚ ਆ। ਅੱਗੇ ਸੁਰੱਖਿਆ ਦਾ ਖਤਰਾ। ਸੁਰੱਖਿਆ ਦਾ ਖਤਰਾ ਕੀ ਆ? ਇਹ ਵਿੱਚ ਕਈ ਇਹ ਵੈਬਸਾਈਟਸ ਹੁੰਦੀਆਂ, ਉਹਦੇ ਵਿੱਚ ਤੁਹਾਨੂੰ ਕੀ ਆ, ਮਤਲਬ ਤੁਹਾਡੇ ਕ੍ਰੈਡਿਟ ਕਾਰਡ ਵਗੈਰਾ ਦਾ ਮਤਲਬ ਜਾਣਕਾਰੀ ਮੰਗਦੀਆਂ ਨੇ, ਤਾਂ ਉਹ ਇੱਕ ਰਿਸਕ ਰਹਿੰਦਾ ਕਿ ਥੋੜ੍ਹੀ ਜੋ ਜਾਣਕਾਰੀ ਹੁੰਦੀ ਹੈ ਕਾਰਡਾਂ ਦੀ, ਠੀਕ ਆ, ਤਾਂ ਕਿਤੇ ਨਾ ਕਿਤੇ ਕਿਸੇ ਵੀ ਅਣਚਾਹੇ ਪਰਸਨ ਦੁਆਰਾ ਐਕਸੈਸ ਕੀਤੀ ਜਾ ਸਕਦੀ ਆ, ਮਿਸਯੂਜ਼ ਕੀਤਾ ਜਾ ਸਕਦਾ। ਤਾਂ ਉਹਦੀ ਪ੍ਰੋਬਲਮ ਇਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ। ਖਰੀਦਣ ਤੋਂ ਪਹਿਲਾਂ ਅਸਲ ਜਾਂਚ ਅਸੰਭਵ। ਹੁਣ ਦੇਖੋ, ਜਦੋਂ ਤੁਸੀਂ ਖਰੀਦਦੇ ਹੋ ਐਂ ਤਾਂ ਹੈ ਨਹੀਂ ਕਿ ਉਹਨੂੰ ਜਾਂਚ ਲਓਗੇ ਕਿ ਇਹ ਖਰਾਬ ਤਾਂ ਨਹੀਂ ਹੈਗੀ, ਕੋਈ ਡਿਫੈਕਟਡ ਪੀਸ ਤਾਂ ਨਹੀਂ ਹੈਗਾ, ਨਹੀਂ ਖਰੀਦ ਐਂ ਕਰ ਸਕਦੇ। ਤਾਂ ਇਹ ਵੀ ਇੱਕ ਦੀ ਪ੍ਰੋਬਲਮ ਹੁੰਦੀ। ਜਿਵੇਂ ਹੁਣ ਕੱਪੜੇ ਖਰੀਦਣੇ ਜਾਂਦੇ ਆਪਾਂ, ਕੱਪੜੇ ਦਾ ਆਪਾਂ ਸ਼ਾਪ ਦੇ ਉੱਪਰ ਦੇਖ ਕੇ ਲੈਂਦੇ ਹਾਂ ਕਿ ਕੱਪੜੇ ਦੇ ਵਿੱਚ ਕੋਈ ਡਿਫੈਕਟਡ ਪੀਸ ਤਾਂ ਨਹੀਂ ਹੈਗਾ, ਆਪਾਂ ਦੇਖ ਕੇ ਹਰੇਕ ਚੀਜ਼ ਲੈਂਦੇ ਹਾਂ, ਬਟ ਇਹਦੇ ਵਿੱਚ ਤੁਹਾਨੂੰ ਇੱਦਾਂ ਦੀ ਕੋਈ ਫੈਸਿਲਿਟੀ ਪ੍ਰਾਪਤ ਨਹੀਂ ਹੁੰਦੀ ਹੈਗੀ। ਅੱਗੇ ਹੈ ਜੀ ਡਿਜੀਟਲ ਜਾਂ ਔਨਲਾਈਨ ਭੁਗਤਾਨ। ਡਿਜੀਟਲ ਭੁਗਤਾਨ ਕੀ ਹੁੰਦਾ? ਜਿਹੜਾ ਔਨਲਾਈਨ ਪੇਮੈਂਟ ਕਰਦੇ ਹਾਂ, ਅਸੀਂ ਕੋਈ ਵੀ ਚੀਜ਼ ਖਰੀਦਦੇ ਹਾਂ, ਵੇਚਦੇ ਹਾਂ, ਜਾਂ ਉਹਦੇ ਵਾਸਤੇ ਔਨਲਾਈਨ ਪੇਮੈਂਟ ਹੁੰਦੀ ਹੈ, ਜਾਂ ਕੋਈ ਫੋਰਮ ਭਰਦੇ ਹਾਂ ਉਹਦੇ ਵਾਸਤੇ ਜੋ ਔਨਲਾਈਨ ਪੇਮੈਂਟ ਹੁੰਦੀ ਹੈ, ਜਾਂ ਫਿਰ ਬੈਂਕਾਂ ਦੇ ਵਿੱਚ ਜੋ ਟਰਾਂਸਫਰ ਹੋ ਰਹੇ ਆ ਪੈਸੇ, ਹੈ ਨਾ,
ऑनलाइन एक खाते दूसरे खाते ਵਿੱਚ ਚਲੇ ਜਾਂਦੇ ਸਾਰੇ ਕਿਹਨਾਂ ਦੀ ਐਗਜ਼ਾਮਪਲਸ ਨੇ ਉਹ ਔਨਲਾਈਨ ਪੇਮੈਂਟ ਦੀ ਆ। ਤੈਨੂੰ ਅਸੀਂ ਇਲੈਕਟ੍ਰਿਕ ਪੇਮੈਂਟ ਵੀ ਬੋਲ ਦਿੰਦੇ ਹਾਂ। ਇਹ ਨਕਦੀ ਰਹਿਤ ਭੁਗਤਾਨ ਕਰਨ ਦਾ ਆਸਾਨ ਅਤੇ ਤੇਜ਼ ਤਰੀਕਾ ਹੈ ਜਿਸ ਵਿੱਚ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕੀਤਾ ਜਾਂਦਾ ਹੈ। ਇਸ ਵਿੱਚ ਭੁਗਤਾਨ ਕਰਨ ਵਾਲਾ ਪ੍ਰਾਪਤ ਕਰਨ ਵਾਲਾ ਦੋਨੇ ਹੀ ਡਿਜੀਟਲ ਮਾਧਿਅਮ ਯੂਜ਼ ਕਰਦੇ ਆ। फ़ोन ਵੀ ਯੂਜ਼ ਕਰ ਸਕਦੇ, ਲੈਪਟੋਪ ਵੀ ਯੂਜ਼ ਕਰ ਸਕਦੇ ਆ, ਬਟ ਇੰਟਰਨੈਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ फ़ोन ਦੇ ਉੱਪਰ। ਠੀਕ ਹੈ ਜੀ। ਲਾਈਕ एग्जाम्पल के तौर पर डिजिटल पेमेंट राही असी पैसे ट्रांसफर करवा सकते हैं, बाहरों अपने को आते इतों आप बाहर भी करवा सकते हैं, बस्तां की खरीददारी कर सकते हैं, मोबाइल या डिश का जोड़ा रिचार्ज वो करवाते हैं, बिजली के बिल भर सकते हैं, पानी के बिल भरते हैं, मोबाइल बिलों का भुगतान करते हैं, सारा कुछ होंदा डिजिटल पेमेंट के विच। नैक्सट अपना है ऑनलाइन भुगतान के ढंग किहड़े-किहड़े ने जो कि आप नैक्सट वीडियो में डिस्कस करांगे। थैंक यू सो मच।